ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਇਲਸ ਰੀਡਿੰਗ ਦੇ ਵਿੱਚ ਜੇਕਰ ਕੋਈ ਸਭ ਤੋਂ ਸੌਖੀ ਟਾਈਪ ਦੇ ਕੁਐਸਚਨ ਹੈਗੇ ਤਾਂ ਮੈਂ ਕਹੂੰਗਾ ਉਹ ਟਰੂ ਫਾਲਸ ਹੁੰਦੇ ਆ ਜਾਂ ਫਿਰ ਯੈਸ ਨੋ ਵਾਲੇ ਕੁਐਸਚਨ ਹੁੰਦੇ ਆ। ਬਟ ਸਟਿਲ ਸਟੂਡੈਂਟਸ ਨੂੰ ਇਹਨਾਂ ਕੁਐਸਚਨਸ ਦੇ ਵਿੱਚ ਪ੍ਰੋਬਲਮ ਆਉਂਦੀ ਆ। ਇਸ ਕਰਕੇ ਮੈਨੂੰ ਵੀ ਕਮੈਂਟਸ ਆਏ ਸੀਗੇ ਸਟੂਡੈਂਟਸ ਦੇ, ਮੈਨੂੰ ਵੀ ਲੱਗਿਆ ਕਿ ਤੁਹਾਡੇ ਲਈ ਇਹ ਟੌਪਿਕ ਇੱਕ ਵਾਰ ਦੁਬਾਰਾ ਲੈ ਕੇ ਆਉਣਾ ਚਾਹੀਦਾ। ਔਰ ਇਸ ਵੀਡੀਓ ਦੇ ਵਿੱਚ ਮੈਂ ਖਾਸ ਕਰਕੇ ਇੱਕ ਅਲੱਗ ਤਰੀਕੇ ਦਾ ਮੈਥਡ ਯੂਜ਼ ਕੀਤਾ। ਔਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਅਗਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋਗੇ और इस मैथड ਨੂੰ यूज करोगे डेफिनेटली पहला तो ਤੁਸੀਂ क्वेश्चन ਨੂੰ ਈਜ਼ੀਲੀ ਅੰਡਰਸਟੈਂਡ ਕਰ ਪਾਓਗੇ ਐਂਡ ਜਦੋਂ ਤੁਸੀਂ क्वेश्चन ਨੂੰ ਈਜ਼ੀਲੀ ਅੰਡਰਸਟੈਂਡ ਕਰ ਪਾਓਗੇ डेफिनेटली ਤੁਸੀਂ ਆਨਸਰ ਵੀ ਲੱਭ ਲਓਗੇ। ਸੋ ਟਰੂ ਫਾਲਸ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਲਈ ਇੱਕ ਪ੍ਰੋਬਲਮ ਨਹੀਂ ਰਹੂਗੀ। ਸੋ ਸਟੂਡੈਂਟ ਆਪਾਂ ਟਾਈਮ ਨਹੀਂ ਵੇਸਟ ਕਰਾਂਗੇ, ਸਟਾਰਟ ਕਰਦੇ ਹਾਂ, ਦੇਖਦੇ ਹਾਂ ਕਿਵੇਂ ਆਪਾਂ ਟਰੂ ਫਾਲਸ ਦੇ ਆਨਸਰ ਕਰਨੇ ਆ। ਲੈਟਸ ਗੈਟ ਸਟਾਰਟਡ। ਸੋ ਲੋ ਸਟੂਡੈਂਟ ਅੱਜ ਫਿਰ ਕਰਦੇ ਹਾਂ ਟਰੂ ਫਾਲਸ। ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਤਰੀਕਾ ਤੁਹਾਨੂੰ ਦੱਸੂਗਾ ਕਿ ਕਿੱਦਾਂ ਟਰੂ ਫਾਲਸ ਤੁਸੀਂ ਕਰ ਸਕਦੇ ਆ। ਸੋ ਸਟਾਰਟ ਕਰਦੇ ਹਾਂ ਆਪਾਂ ਸਟੂਡੈਂਟਸ। ਸਾਡਾ ਫਸਟ ਕੁਐਸਚਨ ਹੈਗਾ ਪੀਪਲ ਇਨ ਦਾ ਮੋਡ ਸਬ ਕਲਚਰ ਵਾਂਟਡ ਟੂ ਫੋਲੋ ਟ੍ਰੈਡੀਸ਼ਨਲ ਰੂਲਸ ਐਂਡ ਨੋਰਮਸ। ਸੋ ਇਹਦਾ ਮੀਨਿੰਗ ਕੀ ਹੋ ਗਿਆ ਸਟੂਡੈਂਟਸ? ਇਹਦਾ ਮੀਨਿੰਗ ਆਪਾਂ ਬਾਅਦ ਸਮਝਦੇ ਹਾਂ, ਪਹਿਲਾਂ ਆਪਾਂ ਇਹਨੂੰ ਕਰੀਏ ਡਿਵਾਈਡ ਅਲੱਗ-ਅਲੱਗ ਪਾਰਟਸ ਦੇ ਵਿੱਚ। ਪੀਪਲ ਇਨ ਦਾ ਮੋਡ ਸਬ ਕਲਚਰ, ਇਹ ਸਾਡਾ ਸਟੂਡੈਂਟ ਹੈਗਾ ਸਬਜੈਕਟ। ਐਕਚੁਅਲ 'ਚ ਗੱਲ ਹੋ ਰਹੀ ਹੈ ਪੀਪਲ ਦੇ ਬਾਰੇ ਮੋਡ ਕਲਚਰ ਦੇ ਵਿੱਚ। ਵਾਂਟਡ ਵਰਬ ਦੀ ਸੈਕੰਡ ਫਾਰਮ, ਉਹਨਾਂ ਨੇ ਚਾਹਿਆ, ਕੀ ਚਾਹਿਆ ਉਹਨਾਂ ਨੇ? ਟੂ ਫੋਲੋ ਟ੍ਰੈਡੀਸ਼ਨਲ ਰੂਲਸ ਐਂਡ ਨੋਰਮਸ। ਸੋ ਤਿੰਨ ਚੀਜ਼ਾਂ ਸਾਡੀਆਂ ਅਲੱਗ-ਅਲੱਗ ਹੋ ਗਈਆਂ। ਜਿਹੜੇ ਮੋਡ ਕਲਚਰ ਦੇ ਵਿੱਚ ਲੋਕ ਹੈਗੇ ਨੇ ਉਹਨਾਂ ਨੇ ਕੀ ਚਾਹਿਆ? ਆਪਣੇ ਟ੍ਰੈਡੀਸ਼ਨਲ ਰੂਲਸ ਐਂਡ ਨੋਰਮਸ ਨੂੰ ਫੋਲੋ ਕਰਨਾ। ਮੀਨਸ ਕਿ ਉਹ ਚਾਹੁੰਦੇ ਸੀਗੇ ਕਿ ਆਪਾਂ ਆਪਣੇ ਟ੍ਰੈਡੀਸ਼ਨਲ ਨੋਰਮਸ ਐਂਡ ਰੂਲਸ ਨੂੰ ਫੋਲੋ ਕਰੀਏ। ਆਪਾਂ ਹੁਣ ਕੀ ਲੱਭਣਾ ਆ? ਹੁਣ ਅਸੀਂ ਇਹੀ ਦੇਖਣਾ ਕਿ ਕੀ ਉਹਨਾਂ ਲੋਕਾਂ ਨੇ ਚਾਹਿਆ ਆ ਫੋਲੋ ਕਰਨਾ ਜਾਂ ਨਹੀਂ ਚਾਹਿਆ। ਜੇ ਤਾਂ ਚਾਹਿਆ ਹੋਊਗਾ ਯੈਸ ਹੋਊਗਾ, ਜੇ ਨਾ ਚਾਹੁੰਦੇ ਹੋਣਗੇ ਫਿਰ ਸਾਡਾ ਕੀ ਹੋਊਗਾ? ਫਾਲਸ ਹੋਊਗਾ। ਔਰ ਅਗਰ ਸਾਨੂੰ ਇਹਨਾਂ ਦੱਸਿਆ ਹੋਇਆ ਇਹਨਾਂ ਨੇ ਚਾਹਿਆ ਜਾਂ ਨਹੀਂ ਚਾਹਿਆ ਦੈਨ ਇਹ ਸਾਡਾ ਆਨਸਰ ਨਾਟ ਗਿਵਨ ਹੋਊਗਾ। ਸੋ ਲੱਭਦੇ ਹਾਂ ਸਟੂਡੈਂਟਸ ਹੁਣ ਆਪਾਂ ਪੈਸੇਜ ਦੇ ਵਿੱਚੋਂ ਇਸੇ ਕੁਐਸਚਨ ਦਾ ਆਨਸਰ। ਲੋਕੇਸ਼ਨ ਤੇ ਚੱਲਦੇ ਹਾਂ ਜੀ ਸਿੱਧੇ, ਵੀ ਲੋਕੇਸ਼ਨ ਕੀ ਹੈਗੀ ਆ। ਸਾਨੂੰ ਸਟੂਡੈਂਟ ਸੈਕੰਡ ਪੈਰਾ ਪੜ੍ਹਦੇ ਹਾਂ ਆਪਾਂ। The mod subculture started to emerge as a result of increased economic prosperity in England following a period of post-war austerity in the late 1940s and early 1950s. Okay, early 1940s and 1950s ਦੇ ਵਿੱਚ ਜਿਹੜੀ ਵਾਰ ਹੋਈ ਸੀਗੀ ਨਾ ਸਟੂਡੈਂਟਸ, ਉਸ ਤੋਂ ਬਾਅਦ ਜਿਹੜੀਆਂ ਬੈਡ ਕੰਡੀਸ਼ਨਸ ਆਈਆਂ, ਉਸ ਤੋਂ ਬਾਅਦ ਕੀ ਹੋਇਆ? ਜਿਹੜਾ ਮੋਡ ਸਬ ਕਲਚਰ ਸੀਗਾ ਉਸਨੇ ਸ਼ੁਰੂ ਕਰ ਦਿੱਤਾ ਟੂ ਇਮਰਜ, ਉਹਨੇ ਵਧਣਾ ਉੱਠਣਾ ਸ਼ੁਰੂ ਕਰ ਦਿੱਤਾ। ਐਜ਼ ਏ ਰਿਜ਼ਲਟ ਆਫ, ਕਾਰਨ ਕੀ ਸੀਗਾ? ਆਫ ਇਨਕਰੀਜ਼ਡ ਇਕਨੋਮਿਕ ਪ੍ਰੋਸਪੈਰਿਟੀ ਇਨ ਇੰਗਲੈਂਡ। ਓਕੇ, ਇੰਗਲੈਂਡ ਦੇ ਵਿੱਚ ਕਹਿੰਦਾ ਆਰਥਿਕ ਤੌਰ 'ਤੇ ਜਿਹੜੀ ਆਰਥਿਕ ਸਥਿਤੀ ਸੀਗੀ ਨਾ, ਆਰਥਿਕ ਖੁਸ਼ਹਾਲੀ ਸੀਗੀ, ਉਹ ਇੰਗਲੈਂਡ ਦੇ ਵਿੱਚ ਵਧਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਜਿਹੜਾ ਮੋਡ ਸਬ ਕਲਚਰ ਵਧਣਾ ਫੁੱਲਣਾ ਸਟਾਰਟ ਹੋ ਗਿਆ। ਇਹ ਹੋਇਆ ਕਦੋਂ ਸੀਗਾ? 1940s ਐਂਡ 1950s ਦੀ ਵਾਰ ਤੋਂ ਬਾਅਦ ਦੇ ਵਿੱਚ। ਦਿਸ ਪ੍ਰੋਸਪੈਰਿਟੀ, ਇਹ ਜਿਹੜੀ ਖੁਸ਼ਹਾਲੀ ਆਈ, ਦਿਸ ਪ੍ਰੋਸਪੈਰਿਟੀ ਅਲਾਉਡ, ਉਸਨੇ ਯੂਥ ਨੂੰ ਅਲਾਉ ਕੀਤਾ। ਕੀ ਯੂਥ ਨੂੰ ਅਲਾਉ ਕੀਤਾ? ਆਫ ਦਾ ਏਰਾ, ਉਸ ਸਮੇਂ ਦੇ ਯੂਥ ਨੂੰ ਅਲਾਉ ਕੀਤਾ ਟੂ ਹੈਵ ਮੋਰ ਡਿਸਪੋਜ਼ੇਬਲ ਇਨਕਮ ਕੰਬਾਈਨਡ ਵਿਦ ਦਾ ਫੈਕਟ ਦੈਟ ਦੇ ਆਫਨ ਡਿਡਨਟ ਹੈਵ ਟੂ ਕੰਟਰੀਬਿਊਟ ਟੂ ਹਾਊਸ ਹੋਲਡ ਇਨਕਮ ਐਜ਼ ਮਚ ਐਜ਼ ਪ੍ਰੀਵੀਅਸ ਜਨਰੇਸ਼ਨ ਹੈਡ। ਓਕੇ, ਇਹ ਕਹਿੰਦਾ ਜਿਹੜੀ ਆਰਥਿਕ ਖੁਸ਼ਹਾਲੀ ਆਈ ਸੀਗੀ ਨਾ ਇੰਗਲੈਂਡ ਦੇ ਵਿੱਚ, ਇਹਨੇ ਯੂਥ ਨੂੰ ਕੀ ਦਿੱਤਾ? ਇੱਕ ਚਾਂਸ ਦੇ ਦਿੱਤਾ ਕਿ ਉਹਨਾਂ ਦੇ ਕੋਲ ਡਿਸਪੋਜ਼ੇਬਲ ਇਨਕਮ ਜ਼ਿਆਦਾ ਹੋ ਜਾਵੇ। ਡਿਸਪੋਜ਼ੇਬਲ ਇਨਕਮ ਉਹ ਇਨਕਮ ਹੁੰਦੀ ਹੈ ਜਿਹਨੂੰ ਆਪਾਂ ਖਰਚ ਸਕਦੇ ਹਾਂ। ਸੋ ਉਹਨਾਂ ਦੇ ਕੋਲ ਹੁਣ ਪੈਸਾ ਵਾਧੂ ਆ ਗਿਆ, ਇਕਨੋਮਿਕ ਸਥਿਤੀ ਚੰਗੀ ਹੋ ਗਈ, ਪੈਸਾ ਵਾਧੂ ਆ ਗਿਆ, ਡਿਸਪੋਜ਼ੇਬਲ ਇਨਕਮ ਵੱਧ ਗਈ, ਖਰਚਣ ਵਾਲਾ ਪੈਸਾ ਵੱਧ ਗਿਆ। ਇਹਦੇ ਨਾਲ ਇੱਕ ਫੈਕਟ ਇਹ ਵੀ ਸੀਗਾ, ਕਹਿੰਦਾ ਕਿ ਦੇ ਆਫਨ ਡਿਡਨਟ ਹੈਵ ਟੂ ਕੰਟਰੀਬਿਊਟ ਟੂ ਹਾਊਸ ਹੋਲਡ ਇਨਕਮ, ਉਹਨਾਂ ਨੂੰ ਹੁਣ ਘਰ ਦੇ ਵਿੱਚ ਵੀ ਪੈਸੇ, ਫੈਮਿਲੀ ਨੂੰ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਸੀਗੀ। ਐਜ਼ ਮਚ ਐਜ਼ ਪ੍ਰੀਵੀਅਸ ਜਨਰੇਸ਼ਨਸ ਹੈਡ, ਜਿਵੇਂ ਕਿ ਪਹਿਲੀਆਂ ਜਨਰੇਸ਼ਨਸ ਨੂੰ ਦੇਣੇ ਪੈਂਦੇ ਸੀਗੇ। ਓਕੇ, ਦਿਸ ਲੈਡ ਟੂ ਅ ਡਿਜ਼ਾਇਰ ਫॉर ਮੋਰ ਇੰਡੀਪੈਂਡੈਂਸ ਐਂਡ ਐਨ ਅਵੋਇਡੈਂਸ ਆਫ ਦਾ ਸਟ੍ਰਿਕਟ ਸੋਸ਼ਲ ਨੋਰਮਸ ਐਂਡ ਰੂਲਸ। ਇਟ ਮੀਨਸ ਕੀ ਹੋ ਗਿਆ ਕਿ ਹੁਣ ਉਹਨਾਂ ਦੇ ਕੋਲ ਪੈਸਾ ਇੰਨਾ ਆ, ਖੁਸ਼ਹਾਲੀ ਵਾਧੂ ਆ, ਇਹਦੇ ਨਾਲ ਉਹਨਾਂ ਦੇ ਅੰਦਰ ਇੱਕ ਇੱਛਾ ਪੈਦਾ ਹੋਈ ਕਿ ਹੁਣ ਸਾਨੂੰ ਹੋਰ ਵੀ ਆਜ਼ਾਦੀ ਮਿਲੇ ਤੇ ਅਸੀਂ ਅਵੋਇਡ ਕਰੀਏ ਸਟ੍ਰਿਕਟ ਸੋਸ਼ਲ ਨੋਰਮਸ ਨੂੰ ਐਂਡ ਰੂਲਸ ਨੂੰ ਦੈਟ ਹੈਡ ਬੀਨ ਇੰਪੋਜ਼ਡ ਬਿਫੋਰ, ਜਿਹੜੇ ਕਿ ਉਹਨਾਂ ਦੇ ਉੱਤੇ ਪਹਿਲਾਂ ਤੋਂ ਲਾਗੂ ਕੀਤੇ ਗਏ ਸੀਗੇ। ਉਹਨਾਂ ਰੂਲਸ ਨੂੰ, ਉਹਨਾਂ ਨੋਰਮਸ ਨੂੰ ਹੁਣ ਅਵੋਇਡ ਕਰਨ ਲੱਗ ਗਏ ਸੀਗੇ ਤੇ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਸੀ। ਕਿਉਂ? ਬਿਕੋਜ਼ ਉਹਨਾਂ ਦੇ ਕੋਲ ਹੁਣ ਪੈਸਾ ਖੁੱਲਾ ਡੁੱਲਾ ਸੀਗਾ, ਉਹਨਾਂ ਨੂੰ ਘਰੇ ਵੀ ਪੈਸੇ ਨਹੀਂ ਦੇਣੇ ਪੈਂਦੇ ਸੀ, ਸਾਰੇ ਪੈਸੇ ਉਹਨਾਂ ਦੇ ਕੋਲ ਰਹਿੰਦੇ ਸੀਗੇ, ਖਰਚ ਸਕਦੇ ਸੀਗੇ। ਸੋ ਹੁਣ ਆਈਏ ਸਟੂਡੈਂਟ ਕੁਐਸਚਨ ਦੇ ਉੱਤੇ। ਕੁਐਸਚਨ ਕੀ ਕਹਿੰਦਾ ਸੀਗਾ? people in the mod subculture wanted to follow traditional rules and norms, but ਉਹਦਾ ਕੀ ਕਹਿੰਦਾ ਕਿ ਉਹ ਤਾਂ ਅਵੋਇਡ ਕਰ ਰਹੇ ਸੀਗੇ
तो इट मीनस साडा आंसर स्टूडेंट की हो गया, ओबवियसली साडी इनफॉर्मेशन कंट्रास्ट करती पई आ। ਉਹ ਕਹਿੰਦਾ ਵੀ ਚਾਹੁੰਦੇ ਸੀ, ਉਹ ਕਹਿੰਦਾ ਅਵੋਇਡ ਕਰਦੇ ਸੀਗੇ ਪੈਸੇਜ, ਕਹਿੰਦਾ ਆਪਸ 'ਚ ਦੋਨੋਂ ਇਨਫੋਰਮੇਸ਼ਨਸ ਕੰਟਰਾਸਟ ਕਰ ਰਹੀਆਂ। ਸੋ ਆਂਸਰ ਸਟੂਡੈਂਟ ਹੋ ਜਾਊਗਾ ਫਾਲਸ। ਹੋਪ ਹੈ ਕਿ ਤੁਹਾਨੂੰ ਆਂਸਰ ਸਮਝ ਲੱਗ ਗਿਆ ਹੋਊਗਾ। ਨੈਕਸਟ ਕੁਐਸਚਨ ਤੇ ਅਗੇਨ ਚੱਲਦੇ ਹਾਂ ਸਟੂਡੈਂਟ। ਨੈਕਸਟ ਕੁਐਸਚਨ ਹੈਗਾ ਪਰਸਨਲ ਗਰੂਮਿੰਗ ਵਾਜ਼ ਐਨ ਇੰਪੋਰਟੈਂਟ ਪਾਰਟ ਆਫ ਮੋਡ ਕਲਚਰ। ਇਟ ਮੀਨਸ ਪਰਸਨਲ ਗਰੂਮਿੰਗ ਸਾਡਾ ਸਬਜੈਕਟ ਆ, ਵਾਜ਼ ਸਟੂਡੈਂਟ ਸਾਡਾ ਹੋ ਗਿਆ ਵਰਬ। ਇਹਦਾ ਮਤਲਬ ਪਰਸਨਲ ਗਰੂਮਿੰਗ ਸੀ, ਕੀ ਸੀਗੀ ਪਰਸਨਲ ਗਰੂਮਿੰਗ? ਐਨ ਇੰਪੋਰਟੈਂਟ ਪਾਰਟ ਆਫ ਮੋਡ ਕਲਚਰ। ਮੋਡ ਕਲਚਰ ਦੇ ਵਿੱਚ ਪਰਸਨਲ ਗਰੂਮਿੰਗ ਮੀਨਸ ਕੀ ਹੋ ਗਿਆ? ਆਪਣੇ ਬੋਡੀ, ਆਪਣੇ ਫੇਸ ਨੂੰ ਨੀਟ ਐਂਡ ਕਲੀਨ ਰੱਖਣਾ, ਮੀਨਸ ਕੀ ਕਹਿ ਲਓ ਸ਼ਿੰਗਾਰ ਕੇ ਰੱਖਣਾ। ਉਹ ਵਾਲੀ ਚੀਜ਼ ਕਹਿੰਦਾ ਇੱਕ ਇੰਪੋਰਟੈਂਟ ਪਾਰਟ ਸੀਗੀ ਮੋਡ ਕਲਚਰ ਦਾ। ਆਪਾਂ ਕੀ ਲੱਭਣਾ ਕਿ ਪਰਸਨਲ ਗਰੂਮਿੰਗ ਉਹਨਾਂ ਦੇ ਲਈ ਇੰਪੋਰਟੈਂਟ ਸੀਗੀ ਜਾਂ ਨਹੀਂ ਸੀਗੀ। ਜੇ ਤਾਂ ਹੋਈ ਆਨਸਰ ਟਰੂ ਹੋਊਗਾ, ਜੇ ਨਾ ਹੋਈ ਫਾਲਸ ਹੋਊਗਾ। ਤੇ ਜੇਕਰ ਸਾਨੂੰ ਨਾ ਹੀ ਦੱਸਿਆ ਹੋਇਆ ਤੇ ਦੈਨ ਹੋਊਗਾ ਨਾਟ ਗਿਵਨ। ਦ ਇੰਡੀਪੈਂਡੈਂਸ ਦੈਟ ਕਮਸ ਵਿਦ ਅਰਨਿੰਗ ਮੋਰ ਮਨੀ, ਕਹਿੰਦਾ ਕਿ ਜਿਹੜੀ ਜ਼ਿਆਦਾ ਪੈਸਾ ਕਮਾਉਣ ਦੇ ਨਾਲ ਉਹਨਾਂ ਦੇ ਅੰਦਰ ਇੱਕ ਆਜ਼ਾਦੀ ਆ ਗਈ, ਇੱਕ ਆਤਮ ਨਿਰਭਰਤਾ ਆ ਗਈ। ਇਸ ਦੇ ਨਾਲ ਯੂਥ ਜਿਹੜਾ ਅਨੇਬਲ ਹੋ ਗਿਆ, ਯੰਗ ਮੇਲ ਜਿਹੜੇ ਸੀਗੇ ਉਹ ਅਨੇਬਲ ਹੋ ਗਏ ਟੂ ਸਪੈਂਡ ਦ ਬਲਕ ਆਫ ਦੇਅਰ ਇਨਕਮ ਔਨ ਕਲੋਥਸ, ਟਰੈਵਲ ਐਂਡ ਲੇਅਰ। ਇਹਦੇ ਨਾਲ ਕਹਿੰਦਾ ਉਹ ਕੱਪੜਿਆਂ ਦੇ ਉੱਤੇ, ਟਰੈਵਲ ਕਰਨ ਦੇ ਉੱਤੇ, ਲੇਅਰ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਖਰਚਣ ਲੱਗ ਗਏ। Experts such as Sherry Benstock and Suzanne Ferris claim that ਇਹ ਕੀ ਕਹਿੰਦੇ ਆ ਦੋਨੋਂ ਜਾਣੇ? ਇਹ ਕਹਿੰਦੇ ਆ ਕਿ ਮੇਲ ਮੋਡਸ ਵਰ obsessed with fashion, ਕਿ ਜਿਹੜੇ ਮੇਲ ਸੀਗੇ ਮੋਡ ਕਲਚਰ ਦੇ ਵਿੱਚ ਉਹ ਫੈਸ਼ਨ ਦਾ ਉਹਨਾਂ ਅੰਦਰ ਬਹੁਤ ਜਨੂਨ ਸੀਗਾ। ਐਂਡ ਈਵਨ ਵਰਸ਼ਿਪਡ ਲੇਅਰ ਐਂਡ ਮਨੀ, ਉਹਨਾਂ ਨੇ ਆਪਣੇ ਫ੍ਰੀ ਜਿਹੜਾ ਐਸ਼ ਕਰਦੇ ਸੀਗੇ ਉਹ ਲੇਅਰ ਫ੍ਰੀ ਟਾਈਮ ਘੁਮਾਉਂਦੇ ਫਿਰਦੇ ਸੀਗੇ ਤੇ ਆਪਣੇ ਪੈਸੇ ਨੂੰ ਕਹਿੰਦਾ ਉਹ ਪੂਜਣ ਤੱਕ ਲੱਗ ਗਏ ਸੀਗੇ। ਮੀਨਸ ਕਿ ਇਹਨਾਂ ਚੀਜ਼ਾਂ ਨੂੰ ਹੀ ਜ਼ਿਆਦਾ ਕਰਨ ਲੱਗ ਗਏ ਸੀਗੇ ਫੋਲੋ। ਦੇ ਸੇ, ਇਹ ਦੋਨੋਂ ਬੰਦੇ ਕੀ ਕਹਿੰਦੇ ਆ? ਦੇ ਸੇ ਦੈਟ ਦਿਸ ਅਬਸੈਸ਼ਨ, ਇਹ ਜਿਹੜਾ ਜਨੂਨ ਸੀਗਾ ਵਿਦ ਫੈਸ਼ਨ, ਇਹ ਜਿਹੜਾ ਫੈਸ਼ਨ ਦੇ ਲਈ ਉਹਨਾਂ ਦਾ ਜਨੂਨ ਸੀਗਾ, ਵਾਜ਼ ਸੀਨ ਐਜ਼ ਅ ਮੂਵ ਅਵੇ ਫਰੋਮ ਦਾ ਮੋਰ ਮਸਕੂਲਨ ਕੰਸਰਨਸ ਆਫ ਲੇਬਰ ਐਂਡ ਹਾਰਡ ਵਰਕ। ਇਹਦੇ ਨਾਲ ਕਹਿੰਦਾ ਉਹ ਆਪਣੀ ਬੋਡੀ ਜਿਹੜੀ ਪਹਿਲਾਂ ਮਸਲ ਵਗੈਰਾ ਹੁੰਦੇ ਸੀਗੇ, ਜਿਹੜੇ ਲੇਬਰ ਦੇ ਨਾਲ, ਹਾਰਡ ਵਰਕ ਦੇ ਨਾਲ ਜੁੜੇ ਹੁੰਦੇ ਸੀਗੇ, ਉਸ ਤੋਂ ਉਹ ਅਵੇ ਜਾਣ ਲੱਗ ਗਏ, ਦੂਰ ਜਾਣ ਲੱਗ ਗਏ। ਐਜ਼ ਫੈਸ਼ਨ, ਕਿਉਂਕਿ ਫੈਸ਼ਨ ਵਾਜ਼ ਪ੍ਰੀਵੀਅਸਲੀ ਡੀਮਡ ਟੂ ਬੀ ਮੋਰ ਆਫ ਏ ਫੈਮੀਨਾਈਨ ਪਰਸਿਊਟ। ਸੋ ਸਟੂਡੈਂਟ ਇਹਦੇ ਵਿੱਚ ਆਪਾਂ ਹੁਣ ਕੀ ਦੇਖਿਆ? ਕਹਿੰਦਾ ਕਿ ਪੈਸਾ ਇੰਨਾ ਆ ਗਿਆ, ਘੁੰਮਣ ਫਿਰਨ ਲੱਗ ਗਏ, ਟਰੈਵਲ ਕਰਨ ਲੱਗ ਗਏ, ਲੇਅਰ ਕਰਨ ਲੱਗ ਗਏ ਤੇ ਫੈਸ਼ਨ ਪ੍ਰਤੀ ਦਾ ਕਹਿੰਦਾ ਬਹੁਤ ਜਨੂਨ ਸੀਗਾ ਉਹਨਾਂ ਅੰਦਰ, ਫੈਸ਼ਨ ਕਰਨਾ ਆ। ਤੇ ਈਵਨ ਕਿ ਉਹਨਾਂ ਨੇ ਆਪਣੇ ਲੇਅਰ ਨੂੰ ਤੇ ਆਪਣੀ ਮਨੀ ਨੂੰ ਵਰਸ਼ਿਪ ਵੀ ਕੀਤਾ, ਉਹਨੂੰ ਕਹਿੰਦਾ ਪੂਜਣ ਵੀ ਲੱਗ ਗਏ। ਤੇ ਕੁਐਸਚਨ ਦੇ ਵਿੱਚ ਕੀ ਕਹਿੰਦਾ ਕਿ ਪਰਸਨਲ ਗਰੂਮਿੰਗ, ਆਪਣੀ ਦੇਖ ਰੇਖ ਕਰਨਾ, ਫੈਸ਼ਨ ਕਰਨਾ ਮੀਨਸ ਕੀ ਹੋ ਗਿਆ? ਉਹ ਇੱਕ ਇੰਪੋਰਟੈਂਟ ਪਾਰਟ ਸੀਗਾ ਮੋਡ ਕਲਚਰ ਦਾ। ਤੇ ਇੱਧਰ ਵੀ ਕੀ ਕਹਿੰਦਾ ਪਿਆ? ਵਾਕਿਆ ਹੀ ਉਹ ਜਿਹੜੇ ਮੇਲਸ ਸੀਗੇ ਕਹਿੰਦਾ ਉਹ ਕੀ ਕਰਨ ਲੱਗ ਗਏ? ਉਹ ਆਪਣੇ ਆਪ ਨੂੰ ਕਹਿੰਦਾ ਹਾਰ ਸ਼ਿੰਗਾਰ, ਫੈਸ਼ਨ ਕਰਨ ਲੱਗ ਗਏ, ਫੈਸ਼ਨ ਪ੍ਰਤੀ ਬਹੁਤ ਜਨੂਨ ਸੀ ਉਹਨਾਂ ਦੇ ਅੰਦਰ। ਸੋ ਇਟ ਮੀਨਸ ਕਿ ਆਨਸਰ ਸਾਡਾ ਇਹ ਵੀ ਬਣ ਜਾਊਗਾ ਸਟੂਡੈਂਟਸ ਟਰੂ। ਹੋਪ ਹੈ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਊਗਾ। ਨੈਕਸਟ ਕੁਐਸਚਨ ਦੇਖਦੇ ਹਾਂ। ਸੋਹੋ ਵਾਜ਼ ਦਾ ਮੇਨ ਪਲੇਸ ਫॉर ਮੋਡਸ ਟੂ ਬਾਏ ਕਲੋਥਿੰਗ ਇਨ ਲੰਡਨ। ਓਕੇ ਜੀ, ਇਹਨੂੰ ਆਪਾਂ ਡਿਵਾਈਡ ਕਰ ਲਈਏ ਪਹਿਲਾਂ। ਸੋਹੋ ਵਾਜ਼, ਸੋਹੋ ਸੀ, ਸੋਹੋ ਕੀ ਸੀਗਾ ਜੀ? ਦਾ ਮੇਨ ਪਲੇਸ ਸੀਗਾ ਕਿਸ ਚੀਜ਼ ਦੇ ਲਈ? ਮੋਡਸ ਟੂ ਬਾਏ ਕਲੋਥਿੰਗ ਇਨ ਲੰਡਨ, ਲੰਡਨ ਦੇ ਵਿੱਚ ਕੱਪੜੇ ਖਰੀਦਣ ਦੇ ਲਈ ਸੋਹੋ ਜਿਹੜਾ ਆ ਮੇਨ ਪਲੇਸ ਸੀਗਾ ਮੋਡ ਕਲਚਰ ਦੇ ਵਿੱਚ। ਹੁਣ ਆਪਾਂ ਦੇਖਾਂਗੇ ਕਿ ਕੀ ਵਾਕਿਆ ਹੀ ਜਿਹੜਾ ਸੋਹੋ ਆ ਉਹਨਾਂ ਦਾ ਮੇਨ ਪਲੇਸ ਸੀਗਾ ਕੱਪੜੇ ਖਰੀਦਣ ਦੇ ਲਈ ਜਾਂ ਨਹੀਂ ਸੀਗਾ। ਚਲੋ ਜੀ ਦੇਖਦੇ ਹਾਂ ਆਪਾਂ ਪੈਸੇਜ ਦੇ ਵਿੱਚ ਜਾ ਕੇ। ਐਜ਼ ਮੈਂਸ਼ਨਡ ਅਬਵ, ਜਿਵੇਂ ਕਿ ਉੱਪਰ ਮੈਂਸ਼ਨ ਕੀਤਾ ਗਿਆ, ਵਨ ਆਫ ਦਾ ਡਿਫਾਈਨਿੰਗ ਫੀਚਰਸ ਆਫ ਦਾ ਮੋਡਸ ਵਾਜ਼ ਦੀਅਰ ਫੈਸ਼ਨ। ਇੱਥੇ ਵੀ ਲਿਖਿਆ ਹੋਇਆ ਜਿਵੇਂ ਕਿ ਉੱਤੇ ਕਹਿੰਦਾ ਦੱਸਿਆ ਗਿਆ, ਉਦਾਂ ਹੀ ਆਪਾਂ ਕਹਿ ਦਈਏ ਕਿ ਵਨ ਆਫ ਦਾ ਡਿਫਾਈਨਿੰਗ ਫੀਚਰ, ਉਹਨਾਂ ਨੂੰ ਡਿਫਾਈਨ ਕਰਨ ਵਾਲਾ ਇੱਕ ਫੀਚਰ ਸੀ ਜਿਹਦੇ ਤੋਂ ਮੋਡ ਜਿਹੜੇ ਆ ਪਛਾਣ ਹੁੰਦੇ ਸੀਗੇ, ਉਹ ਉਹਨਾਂ ਦਾ ਫੈਸ਼ਨ ਸੀਗਾ। ਸਿੰਸ ਦਾ ਯੂਥ ਆਫ ਦਾ ਡੇ ਹੈਡ ਮੋਰ ਮਨੀ ਟੂ ਸਪੈਂਡ, ਕਿਉਂਕਿ ਯੂਥ ਦੇ ਕੋਲ ਬਹੁਤ ਜ਼ਿਆਦਾ ਪੈਸੇ ਸੀਗੇ ਸਪੈਂਡ ਕਰਨ ਦੇ ਲਈ। ਦੇ ਆਫਨ ਬਾਊਟ ਕਲੋਥਿੰਗ ਵਿਚ ਵਾਜ਼ ਸਟਾਈਲਿਸ਼ ਐਂਡ ਸੋਫਿਸਟੀਕੇਟਡ, ਉਹਨਾਂ ਨੇ ਕਹਿੰਦਾ ਹਮੇਸ਼ਾ ਕਿਹੜੇ ਕੱਪੜੇ ਖਰੀਦੇ? ਜਿਹੜੇ ਸਟਾਈਲਿਸ਼ ਸੀਗੇ ਤੇ ਐਡਵਾਂਸ ਟਾਈਪ ਦੇ ਸੀਗੇ। ਟੇਲਰਡ ਸੂਟਸ ਵਰ ਪੋਪੂਲਰ, ਓਕੇ, ਟੇਲਰ ਤੋਂ ਸਮਾਏ ਗਏ ਸੂਟਸ ਬਹੁਤ ਪੋਪੂਲਰ ਸੀਗੇ। ਵਿਦ ਮੇਲ ਮੋਡਸ, ਮੇਲਸ ਦੇ ਵਿੱਚ। ਐਂਡ ਦਾ ਇਨੀਸ਼ੀਅਲ ਵਿਜ਼ਿਟ ਟੂ ਅ ਹਾਈ ਐਂਡ ਟੇਲਰ, ਉਹਨਾਂ ਦੀ ਪਹਿਲੀ ਵਿਜ਼ਿਟ ਕਿਸੇ ਟੇਲਰ ਦੇ ਕੋਲ। ਫॉर ਯੂਰ ਫਸਟ ਮੇਡ ਟੂ ਮੇਜਰ ਸੂਟ, ਆਪਣੇ ਪਹਿਲੇ ਬਣਵਾਏ ਹੋਏ ਸੂਟ ਦੇ ਲਈ। ਵਾਜ਼ ਏ ਰਾਈਟ ਆਫ ਪਾਸੇਜ, ਮੀਨਸ ਕਿ ਲੰਘਣ ਵਾਲਿਆਂ ਦੇ ਲਈ ਕਹਿੰਦਾ ਇਹ ਚੀਜ਼ ਤਾਂ ਇੱਕ ਰਾਈਟ ਸੀਗਾ। ਸਮ ਏਰੀਆਜ਼ ਬਿਕੇਮ ਐਸੋਸੀਏਟ ਵਿਦ ਦਾ ਮੂਵਮੈਂਟ, ਕੁਝ ਕੁ ਏਰੀਆ ਤਾਂ ਕਹਿੰਦਾ ਇਸ ਮੂਵਮੈਂਟ ਦੇ ਨਾਲ ਕੀ ਜਿਹੜੇ ਜੁੜ ਗਏ ਵੀ ਇੱਥੇ ਤਾਂ ਆਉਂਦੇ ਜਾਂਦੇ ਆ ਜੀ ਕੱਪੜੇ ਸਮਾਉਣ ਦੇ ਲਈ।
ਐਂਡ ਸ਼ਾਪਸ ਇਨ ਥੀਸ ਪਲੇਸਿਸ, ਤੇ ਇਹਨਾਂ ਪਲੇਸਿਸ ਦੇ ਉੱਤੇ ਜਿਹੜੀਆਂ ਸ਼ਾਪਸ ਸੀਗੀਆਂ ਕੈਟਰ ਟੂ ਮੋਡਸ, ਉਹਨਾਂ ਨੇ ਮੋਡਸ ਨੂੰ ਕੁਛ ਨਾ ਕੁਛ ਹੈਲਪ ਕੀਤੀ, ਮੀਨਸ ਕਿ ਉਹਨਾਂ ਦੇ ਲਈ ਉਹ ਕਹਿ ਲਈਏ ਕੰਮ ਕਰਦੀਆਂ ਸੀ। ਵਨ ਸੱਚ ਬੀਂਗ ਕੈਰਨਬੀ ਸਟਰੀਟ ਇਨ ਲੰਡਨਸ, ਸੋਹੋ, ਇਹਨਾਂ ਵਿੱਚੋਂ ਕਹਿੰਦਾ ਇੱਕ ਸਟਰੀਟ ਕੈਰਨਬੀ ਸਟਰੀਟ ਵੀ ਸੀਗੀ ਲੰਡਨਸ ਸੋਹੋ, ਲੰਡਨ ਦੇ ਸੋਹੋ ਦੇ ਵਿੱਚ ਕੈਰਨਬੀ ਸਟਰੀਟ ਵੀ ਇਹਨਾਂ ਸ਼ਾਪਸ ਦੇ ਵਿੱਚੋਂ ਇਹ ਜਿੱਥੇ ਉਹ ਲੋਕ ਜਾਂਦੇ ਸੀਗੇ ਉਹਨਾਂ ਵਿੱਚੋਂ ਇੱਕ ਸੀਗੀ। ਹੁਣ ਸਟੂਡੈਂਟ ਆਪਾਂ ਚੱਲੀਏ ਕੁਐਸਚਨ ਤੇ ਇੱਕ ਵਾਰੀ। ਕੁਐਸਚਨ ਕਹਿੰਦਾ ਕਿ ਸੋਹੋ ਵਾਸ ਦਾ ਮੇਨ ਪਲੇਸ ਫॉर ਮੋਡਸ ਟੂ ਬਾਈ ਕਲੋਥਿੰਗ ਇਨ ਲੰਡਨ, ਕਿ ਲੰਡਨ ਦੇ ਵਿੱਚ ਕੱਪੜੇ ਖਰੀਦਣ ਲਈ ਉਹਨਾਂ ਦਾ ਮੇਨ ਪਲੇਸ ਆ, ਕੀਵਰਡ ਆ ਸਟੂਡੈਂਟ ਜਿਹੜਾ ਇੰਪੋਰਟੈਂਟ ਆ, ਕਿ ਸੋਹੋ ਮੇਨ ਪਲੇਸ ਸੀਗਾ ਜਾਂ ਨਹੀਂ ਸੀਗਾ ਇਹ ਆਪਾਂ ਦੇਖਣਾ। ਹੁਣ ਉਹਨੇ ਕਿਹਾ ਸੋਹੋ ਲੰਡਨ ਦੇ ਵਿੱਚ ਜਿਹੜਾ ਮੇਨ ਪਲੇਸ ਦੀ ਗੱਲ ਨਹੀਂ ਕੀਤੀ ਉਹਨੇ, ਐਕਚੁਅਲੀ ਉਹਨੇ ਕਿਹਾ ਕਿ ਅਲੱਗ-ਅਲੱਗ ਪਲੇਸਸ ਉੱਥੇ ਸੀਗੇ ਜਿਹੜੇ ਇਸ ਮੂਵਮੈਂਟ ਦੇ ਨਾਲ ਜੁੜ ਗਏ, ਜਿੱਥੇ ਆਉਂਦੇ ਜਾਂਦੇ ਸੀਗੇ ਤੇ ਬਹੁਤ ਸਾਰੀਆਂ ਉੱਥੇ ਦੁਕਾਨਾਂ ਤੇ ਐਂਡ ਸ਼ਾਪਸ ਜਿਹੜੀਆਂ ਉੱਥੇ ਦੁਕਾਨਾਂ ਸੀਗੀਆਂ, ਉਹਨਾਂ ਨੇ ਮੋਡਸ ਦੀ ਇਸ ਡ੍ਰੀਮਸ ਨੂੰ ਕਹਿ ਲਈਏ ਕਿ ਇਹਨਾਂ ਜ਼ਰੂਰਤਾਂ ਨੂੰ ਪੂਰਾ ਕੀਤਾ। ਤੇ ਉਹਨਾਂ ਵਿੱਚੋਂ ਇੱਕ ਕਹਿੰਦਾ ਕੈਰਨਬੀ ਸਟਰੀਟ ਵੀ ਸੀਗੀ ਲੰਡਨ ਸੋਹੋ ਦੇ ਵਿੱਚ। ਹੁਣ ਲੰਡਨ ਸੋਹੋ ਦੇ ਵਿੱਚ ਕੈਰਨਬੀ ਸਟਰੀਟ ਤੇ ਤਾਂ ਉਹ ਜਾਂਦੇ ਆ, ਹੁਣ ਉਹ ਲੰਡਨ ਦੇ ਸੋਹੋ ਦੇ ਵਿੱਚ ਜਾ ਰਹੇ ਆ, ਬਟ ਲੰਡਨ ਦਾ ਸੋਹੋ ਉਹਨਾਂ ਦਾ ਮੇਨ ਪਲੇਸ ਹੈਗਾ ਜਾਂ ਨਹੀਂ ਹੈਗਾ ਇਹ ਤਾਂ ਸਾਨੂੰ ਕਿਤੇ ਦੱਸਿਆ ਨਹੀਂ ਹੈਗਾ। ਸੋ ਇਸ ਕਰਕੇ ਸਟੂਡੈਂਟ ਇਹ ਜਿਹੜਾ ਆਨਸਰ ਹੋ ਜਾਊਗਾ ਇਹ ਹੋ ਜਾਊਗਾ ਨਾਟ ਗਿਵਨ। ਨੈਕਸਟ ਦੇਖਦੇ ਹਾਂ ਅਗਲਾ ਕੁਐਸਚਨ। The name given to mod subculture derived from an item of clothing, ਚਲੋ ਜੀ ਡਿਵਾਈਡ ਕਰੀਏ ਪਹਿਲਾਂ ਕੁਐਸਚਨ ਨੂੰ। ਕਹਿੰਦਾ ਕਿ ਜਿਹੜਾ ਨੇਮ ਹੈਗਾ ਆ ਜਿਹੜਾ ਮੋਡ ਸਬ ਕਲਚਰ ਨੂੰ ਦਿੱਤਾ ਗਿਆ ਆ ਇਹ ਡਰਾਈਵ ਹੋਇਆ, ਮੀਨਸ ਕਿ ਇਹ ਕਿੱਥੋਂ ਲਿਆ ਗਿਆ ਆ, ਇਹ ਲਿਆ ਗਿਆ ਆ ਇੱਕ ਆਈਟਮ ਆਫ ਕਲੋਥਿੰਗ, ਮੀਨਸ ਕਿ ਇਹ ਜਿਹੜਾ ਨਾਮ ਆ ਇੱਕ ਕੱਪੜੇ ਦੇ ਪੀਸ ਤੋਂ ਲਿਆ ਗਿਆ। ਆਪਾਂ ਕੀ ਲੱਭਣਾ ਕਿ ਇਹ ਜਿਹੜਾ ਮੋਡ ਕਲਚਰ ਨੇਮ ਆ ਇਹ ਕਿਸੇ ਕੱਪੜੇ ਦੇ ਨਾਮ ਤੋਂ ਲਿਆ ਗਿਆ ਜਾਂ ਨਹੀਂ ਲਿਆ ਗਿਆ। ਜੇ ਲਿਆ ਗਿਆ ਹੋਇਆ ਆਨਸਰ ਟਰੂ ਆ, ਜੇ ਨਾ ਲਿਆ ਗਿਆ ਹੋਇਆ ਆਨਸਰ ਫਾਲਸ ਆ। ਜੇ ਸਾਨੂੰ ਦੱਸਿਆ ਹੀ ਨਾ ਹੋਇਆ ਵੀ ਇਹ ਨਾਮ ਕਿੱਥੋਂ ਆਇਆ ਦੈਨ ਸਾਡਾ ਆਨਸਰ ਹੋਊਗਾ ਨਾਟ ਗਿਵਨ। ਚਲੋ ਜੀ ਸਟੂਡੈਂਟ ਦੇਖਦੇ ਹਾਂ ਆਪਾਂ ਇਹ ਵੀ ਆਨਸਰ ਦੇਖਦੇ ਹਾਂ ਆਪਾਂ। ਅਨਦਰ ਮੇਜਰ ਕਰੈਕਟਰਿਸਟਿਕਸ ਆਫ ਮੋਡਸ ਵਾਸ देयर ਚੋਇਸ ਆਫ ਮਿਊਜ਼ਿਕ, ਕਹਿੰਦਾ ਕਿ ਮੋਡਸ ਦੀ ਜਿਹੜੀ ਦੂਸਰੀ ਇੰਪੋਰਟੈਂਟ ਕਰੈਕਟਰਿਸਟਿਕ ਸੀਗੀ ਉਹ ਉਹਨਾਂ ਦੇ ਮਿਊਜ਼ਿਕ ਦੀ ਚੋਇਸ ਸੀਗੀ ਕਿ ਉਹ ਕਿੱਦਾਂ ਦਾ ਮਿਊਜ਼ਿਕ ਚੂਜ਼ ਕਰਦੇ ਸੀਗੇ। ਇਨ ਫੈਕਟ ਦਾ ਟਰਮ ਮੋਡ ਕਮਸ ਫਰੋਮ, ਸਟੂਡੈਂਟਸ ਕਮ ਦਾ ਮੀਨਸ ਕੀ ਹੋ ਗਿਆ ਡਰਾਈਵ ਕਰਨਾ, ਡਰਾਈਵ ਕਰਨਾ ਮੀਨਸ ਕਿ ਇਹ ਕਿੱਥੋਂ ਆਉਂਦੀ ਹੈ ਜਾਂ ਕਿੱਥੋਂ ਲਈ ਗਈ ਹੈਗੀ ਆ। ਸੋ ਜਿਹੜੀ ਟਰਮ ਮੋਡ ਹੈਗੀ ਹੈ ਕਿੱਥੋਂ ਆਉਂਦੀ ਆ ਫਰੋਮ ਮੋਡਰਨਿਸਟ, ਬਿਕੋਜ਼ ਦਾ ਅਰਲੀ ਅਡੋਪਟੀਜ਼ ਲਿਸਨ ਟੂ ਮੋਡਰਨ ਜੈਜ਼ ਮਿਊਜ਼ਿਕ। ਇਟ ਮੀਨਸ ਕੀ ਆ ਕਿ ਜਿਹੜੀ ਮੋਡ ਟਰਮ ਆ ਸਟੂਡੈਂਟ ਹੈ ਮੋਡਰਨਿਸਟ ਵਰਡ ਤੋਂ ਆ ਰਹੀ ਆ, ਕਿਉਂਕਿ ਉਹਦਾ ਰੀਜ਼ਨ ਵੀ ਦਿੱਤਾ ਹੋਇਆ ਨਾ ਵੀ ਕਿਉਂ ਆ ਰਹੀ ਆ, ਕਿਉਂਕਿ ਜਿਹੜੇ ਅਰਲੀ ਅਡੋਪਟੀ ਸੀਗੇ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਮੋਡ ਕਲਚਰ ਨੂੰ ਅਡੋਪਟ ਕੀਤਾ ਉਹਨਾਂ ਨੇ ਕੀ ਲਿਸਨ ਕੀਤਾ, ਉਹਨਾਂ ਨੇ ਮੋਡਰਨ ਜੈਜ਼ ਮਿਊਜ਼ਿਕ ਨੂੰ ਲਿਸਨ ਕੀਤਾ। ਸੋ ਇਸ ਕਰਕੇ ਇਹ ਜਿਹੜਾ ਟਰਮ ਆ ਸਾਡੀ ਮੋਡਰਨ ਤੋਂ ਮੋਡਰਨਿਸਟ ਤੋਂ ਆਈ ਹੋਈ ਆ ਸਟੂਡੈਂਟਸ। ਤੇ ਹੁਣ ਸਾਡਾ ਕੁਐਸਚਨ ਕੀ ਕਹਿੰਦਾ ਪਿਆ ਸੀਗਾ, ਕਹਿੰਦਾ ਕਿ ਜਿਹੜਾ ਮੋਡ ਕਲਚਰ ਨੂੰ ਨਾਮ ਦਿੱਤਾ ਗਿਆ ਇਹ ਨਾਮ ਕਿੱਥੋਂ ਲਿਆ ਗਿਆ, ਇੱਕ ਕੱਪੜੇ ਦੇ ਪੀਸ ਤੋਂ ਲਿਆ ਗਿਆ। ਹੁਣ ਨਾਮ ਤਾਂ ਲਿਆ ਗਿਆ ਇਹ ਸਾਨੂੰ ਦੱਸਿਆ ਬਟ ਕੱਪੜੇ ਦੇ ਪੀਸ ਤੋਂ ਨਹੀਂ ਲਿਆ ਗਿਆ ਜੀ, ਇਹ ਲਿਆ ਗਿਆ ਆ ਮੋਡਰਨਿਸਟ ਤੋਂ, ਕਿਉਂਕਿ ਉਹ ਮਿਊਜ਼ਿਕ ਜਿਹੜੇ ਮੁੱਢਲੇ ਜਿਨ੍ਹਾਂ ਨੇ ਪਹਿਲੀ ਵਾਰੀ ਕਲਚਰ ਨੂੰ ਅਡੋਪਟ ਕੀਤਾ ਸੀਗਾ ਉਹ ਮਾਡਰਨ ਜੈਜ਼ ਮਿਊਜ਼ਿਕ ਨੂੰ ਸੁਣਦੇ ਸੀ। ਸੋ ਇਸ ਕਰਕੇ ਸਟੂਡੈਂਟ ਸਾਡਾ ਆਨਸਰ ਕੀ ਹੋ ਜਾਊਗਾ, ਇਹ ਫਾਲਸ ਹੋ ਜਾਊਗਾ, ਕਲੀਅਰ ਹੀ ਆਨਸਰ ਆ। ਨੈਕਸਟ ਕੁਐਸਚਨ, ਦਾ ਮੋਡਸ ਐਂਡ ਦਾ ਰੌਕਰਸ ਡਰੈਸਡ ਇਨ ਡਿਸਟਿੰਕਟ ਸਟਾਈਲ, ਜਿਹੜੇ ਮੋਡਸ ਸੀਗੇ ਐਂਡ ਜਿਹੜੇ ਰੌਕਰਸ ਸੀਗੇ ਡਰੈਸਡ ਮੀਨਸ ਕਿ ਉਹਨਾਂ ਨੇ ਜਿਹੜੇ ਕੱਪੜੇ ਪਾਏ ਨਾ ਦੋਨਾਂ ਨੇ ਮੋਡਸ ਨੇ ਤੇ ਰੌਕਰਸ ਨੇ ਉਹ ਡਿਫਰੈਂਟ ਡਿਸਟਿੰਕਟ ਸਟਾਈਲਸ ਦੇ ਸੀਗੇ। ਇਹਦਾ ਮੀਨਸ ਕੀ ਹੁੰਦਾ ਸਟੂਡੈਂਟ ਡਿਫਰੈਂਟ ਸਟਾਈਲਸ ਦੇ। ਸੋ ਇਟ ਮੀਨਸ ਕੀ ਹੈ ਕਿ ਆਪਾਂ ਕੀ ਲੱਭਣਾ ਕਿ ਵਾਕਈ ਮੋਡਸ ਐਂਡ ਰੌਕਰਸ ਦੇ ਜਿਹੜੇ ਕੱਪੜੇ ਸੀਗੇ ਉਹ ਅਲੱਗ-ਅਲੱਗ ਸਟਾਈਲ ਦੇ ਸੀਗੇ ਜਾਂ ਨਹੀਂ ਸੀਗੇ। ਜੇ ਤਾਂ ਹੋਏ ਟਰੂ ਹੋਊਗਾ, ਨਾ ਹੋਏ ਫਾਲਸ ਹੋਊਗਾ। ਜੇ ਸਾਨੂੰ ਇਹ ਦੱਸੇ ਨਾ ਹੋਇਆ ਵੀ ਉਹ ਕਿਹੜੇ ਸਟਾਈਲ ਦੇ ਸੀਗੇ ਦੈਨ ਹੋਊਗਾ ਆਨਸਰ ਨਾਟ ਗਿਵਨ। ਐਜ਼ ਏ ਸਬ ਕਲਚਰ ਦਾ ਮੋਡਸ ਆਫਨ ਕਲੈਸ਼ਡ ਵਿਦ ਅਦਰ ਗਰੁੱਪਸ, ਸਬ ਕਲਚਰ ਦਾ ਮੀਨਸ ਕਿ ਇਹ ਛੋਟਾ ਕਲਚਰ ਹੋਣ ਦੇ ਕਰਕੇ ਮੋਡਸ ਜਿਹੜੇ ਆ ਅਕਸਰ ਹੀ ਕਲੈਸ਼ ਕਰਦੇ ਸੀ, ਲੜਦੇ ਸੀਗੇ ਕਿਹਦੇ ਨਾਲ, ਅਦਰ ਗਰੁੱਪਸ ਦੇ ਨਾਲ। ਮੋਸਟ ਨੋਟੋਰੀਅਸਲੀ ਦਾ ਰੌਕਰਸ, ਸੋ ਸਭ ਤੋਂ ਜ਼ਿਆਦਾ ਕਹਿੰਦਾ ਬਦਨਾਮ ਕਿਹਨਾਂ ਦੇ ਲਈ ਸੀਗੇ, ਰੌਕਰਸ ਦੇ ਲਈ। ਇਟ ਮੀਨਸ ਕਿ ਰੌਕਰਸ ਐਂਡ ਮੋਡਸ ਆਪਸ ਦੇ ਵਿੱਚ ਲੜਦੇ ਹੋਣਗੇ, ਪਹਿਲਾਂ ਤਾਂ ਡਿਫਰੈਂਸ ਹੀ ਆ ਗਿਆ ਇਹ। ਦਾ ਰੌਕਰਸ ਲਿਸਨ ਟੂ ਡਿਫਰੈਂਟ ਟਾਈਪ ਆਫ ਮਿਊਜ਼ਿਕ, ਓਕੇ ਰੌਕਰਸ ਨੇ ਅਲੱਗ ਤਰ੍ਹਾਂ ਦਾ ਮਿਊਜ਼ਿਕ ਸੁਣਿਆ। ਡਰੈਸਡ ਇਨ ਏ ਮੋਰ ਮੈਸਕਿਊਲਾਈਨ ਫੈਸ਼ਨ ਐਂਡ ਰੋਡ ਮੋਟਰਸਾਈਕਲਸ ਇੰਸਟੈਡ ਆਫ ਸਕੂਟਰਸ, ਓਕੇ ਜੀ। ਕਹਿੰਦਾ ਜਿਹੜੇ ਰੌਕਰਸ ਸੀਗੇ ਨਾ ਉਹ ਅਲੱਗ ਤਰ੍ਹਾਂ ਦਾ ਮਿਊਜ਼ਿਕ ਸੁਣਦੇ ਸੀਗੇ, ਡਰੈਸਡ
ਇਨ ਅ ਮੋਰ ਮਸਕੂਲਾਈਨ ਫੈਸ਼ਨ। ਮੋਰ ਦਾ ਮਤਲਬ ਸਟੂਡੈਂਟ ਕੀ ਹੋ ਜਾਂਦਾ, ਕੰਪੈਰੀਜ਼ਨ। ਜਦੋਂ ਕੰਪੈਰੀਟਿਵ ਡਿਗਰੀ ਲੱਗੀ ਹੋਵੇ ਤੇ ਸਾਡਾ ਬਣ ਜਾਂਦਾ ਕੰਪੈਰੀਜ਼ਨ। ਕੰਪੈਰੀਜ਼ਨ ਮੀਨਸ ਕਿ ਮੋਰ, ਇਹਦਾ ਮਤਲਬ ਕਿ ਇਹ ਜ਼ਿਆਦਾ ਮਸਕੂਲਾਈਨ ਫੈਸ਼ਨ ਦੇ ਕੱਪੜੇ ਪਾਉਂਦੇ ਸੀ। ਇਟ ਮੀਨਸ ਕਿ ਜਿਹੜੇ ਮੋਡਸ ਹੋਣਗੇ ਉਹ ਫਿਰ ਘੱਟ ਫੈਸ਼ਨ ਵਾਲੇ ਜਾਂ ਘੱਟ ਕਹਿ ਲਈਏ ਮਸਕੂਲਾਈਨ ਫੈਸ਼ਨ ਵਾਲੇ ਕੱਪੜੇ ਪਾਉਂਦੇ ਹੋਣਗੇ। ਇਟ ਮੀਨਸ ਕਿ ਇਨਫੋਰਮੇਸ਼ਨ ਕੰਟਰਾਸਟ ਕਰਦੀ ਆ ਵੀ ਇਹ ਜਿਹੜੇ ਹੋਰ ਕੱਪੜੇ ਪਾਉਂਦੇ ਸੀ ਉਹ ਹੋਰ ਕੱਪੜੇ ਪਾਉਂਦੇ ਸੀ। ਸੋ ਸਟੂਡੈਂਟ ਸਾਨੂੰ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਹੈਗੀ। ਕੁਐਸਚਨ ਕਹਿੰਦਾ ਕਿ ਉਹ ਅਲੱਗ-ਅਲੱਗ ਸਟਾਈਲਸ ਦੇ ਕੱਪੜੇ ਪਾਉਂਦੇ ਸੀਗੇ ਤੇ ਪੈਸੇਜ ਵੀ ਕਹਿੰਦਾ ਪਿਆ ਵੀ ਵਾਕਈ ਜਿਹੜੇ ਮੋਡਸ ਸੀਗੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਨਹੀਂ, ਬਟ ਉਹਨੇ ਦੱਸਦਾ ਕਿ ਰੌਕਰਸ ਜਿਹੜੇ ਆ ਮੋਰ ਮਸਕੂਲਾਈਨ ਵਾਲੇ ਕੱਪੜੇ ਪਾਉਂਦੇ ਸੀ। ਇਟ ਮੋਰ ਦਾ ਮਤਲਬ ਕੀ ਆ ਕਿ ਇਹਨਾਂ ਨਾਲ ਉਹ ਅਲੱਗ ਸੀਗੇ। ਇਸ ਕਰਕੇ ਸਟੂਡੈਂਟ ਸਾਡਾ ਆਨਸਰ ਇਹ ਕੀ ਬਣ ਜਾਊਗਾ, ਇਹ ਆਨਸਰ ਸਾਡਾ ਬਣ ਜਾਊਗਾ ਟਰੂ। ਹੋਪ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਕਿ ਕਿਵੇਂ ਆਪਾਂ ਕੁਐਸਚਨਸ ਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਪਹਿਲਾਂ ਡਿਵਾਈਡ ਕਰਨਾ ਹੈ, ਚੰਗੀ ਤਰ੍ਹਾਂ ਸਮਝਣਾ ਹੈ ਪੁੱਛਿਆ ਕੀ ਗਿਆ, ਦੈਨ ਅਸੀਂ ਆਨਸਰ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਸਟੂਡੈਂਟ ਅਗਰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤੇ ਪਲੀਜ਼ ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ subscribe my channel and download my Android app from the Google Play Store. Thank you.